ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਆਪਾਂ ਜਿਹੜੇ ਸੰਪਰਦਾ ਦੇ ਵਿੱਚ ਵਿਦਵਾਨ ਜਨ ਮਹਾਂਪੁਰਸ਼ ਗਿਆਨੀ ਸੰਪਰਦਾਈ ਸੰਤ ਮਹਾਤਮਾ ਵਿਦਿਆਰਥੀ ਜਨਾਂ ਨੂੰ ਕਥਾ ਸਿੱਖਣ ਵਾਲਿਆਂ ਨੂੰ ਜਿਵੇਂ ਕੁਝ ਗਿਆਨ ਦੇ ਗ੍ਰੰਥ ਪੜ੍ਹਾਉਂਦੇ ਆ, ਉਹਨਾਂ ਗ੍ਰੰਥਾਂ ਦੀ ਵਿਚਾਰ ਆਪਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਹੌਲੀ ਹੌਲੀ ਜਿੰਨੀ ਕੁ ਸਮਝ ਪੈ ਰਹੀ ਕਰ ਰਹੇ ਹਾਂ। ਅੱਜ ਆਪਾਂ ਵਿਚਾਰ ਮਾਲਾ ਗ੍ਰੰਥ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਪ੍ਰਾਰੰਭ ਕਰ ਲੱਗੇ ਹਾਂ। ਵਿਚਾਰ ਮਾਲਾ ਗ੍ਰੰਥ ਵੀ ਸੰਪਰਦਾ ਦੇ ਵਿੱਚ ਪੜ੍ਹਾਇਆ ਜਾਂਦਾ ਹੈ। ਸਾਰ ਕਤਾਵਲੀ ਭਾਵ ਰਸਾਮ੍ਰਿਤ, ਇਸ ਦੇ ਨਾਲ ਹੀ ਜਿਹੜਾ ਤੀਸਰੇ ਨੰਬਰ ਤੇ ਵਿਚਾਰ ਮਾਲਾ ਪੜ੍ਹਾਈ ਜਾਂਦੀ ਹੈ, ਕਿਉਂਕਿ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਰਲੋਕੀ ਨਾਥ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਐਸੇ ਸਤਿਗੁਰ ਜੀ ਦੇ ਜਿਹੜੇ ਬਾਣੀ ਦੇ ਸਿਧਾਂਤਕ ਅਰਥ ਹੈ ਤੇ ਗੋਜ ਗੁੱਝੇ ਭੇਦਾਂ ਨੂੰ ਸਮਝਣ ਵਾਸਤੇ ਪੰਥ ਵਿੱਚ ਜਿਹੜੀਆਂ ਗਿਆਨੀਆਂ ਦੀਆਂ ਸੰਪਰਦਾਵਾਂ ਉਹ ਆਦਿ ਕਾਲ ਤੋਂ ਹੀ ਇਹ ਸਾਰ ਕਤਾਵਲੀ ਗ੍ਰੰਥ ਹੋਇਆ। ਭਾਵ ਰਸਾਮ੍ਰਿਤ, ਚਾਣਕਾ ਨੀਤੀ, ਚਾਣਕਾ ਰਾਜਨੀਤੀ, ਚਾਣਕੀਆ ਰਾਜਨੀਤੀ ਵੀ ਕਹਿ ਦਿੰਦੇ, ਚਾਣਾਕਾ ਰਾਜਨੀਤੀ ਵੀ ਕਹਿ ਦਿੰਦੇ। ਇੱਕੋ ਗ੍ਰੰਥ ਦਾ ਨਾਮ ਵੱਖਰੇ ਵੱਖਰੇ ਰੂਪ ਵਿੱਚ ਵਿਦਵਾਨ ਲੈ ਲੈਂਦੇ ਹੈ। ਫਿਰ ਵਿਚਾਰ ਮਾਲਾ ਅਧਿਆਤਮ ਪ੍ਰਕਾਸ਼, ਵੈਰਾਗ ਸ਼ਤਕ, ਪ੍ਰਬੋਧ ਚੰਦਰ ਨਾਟਕ, ਫਿਰ ਜਾ ਕੇ ਵਿਚਾਰ ਚੰਦਰ ਰੋਧੇ, ਵਿਚਾਰ ਸਾਗਰ, ਤਰਕ ਸੰਗ੍ਰਹਿ, ਮੋਕਸ਼ ਪੰਥ, ਬਿਰਤੀ ਪ੍ਰਭਾਕਰ, ਪੰਚਦਸ਼ੀ ਆਦਿਕ ਵਡਮੁੱਲੇ ਗ੍ਰੰਥ ਪੜ੍ਹਾਏ ਜਾਂਦੇ ਆ, ਤਾਂ ਜੋ ਜਿਹੜੇ ਵਿਦਿਆਰਥੀ ਜਨ ਆ ਉਹ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਬਾਣੀ ਦੀ ਕਥਾ ਉਹ ਸਮਝ ਸਕਣ, ਉਹ ਕਰ ਸਕਣ। ਮਹਾਂਪੁਰਸ਼ਾਂ ਸੰਤ ਗਿਆਨੀ ਅਮਰਜੀਤ ਸਿੰਘ ਜੀ ਦਾਸ ਦੇ ਵਿਦਿਆ ਦਾਤੇ ਇਹ ਕਹਿੰਦੇ ਹੁੰਦੇ ਸੀ, ਕਹਿੰਦੇ ਵੀ ਮਨਜੀਤ ਸਿੰਘ ਇਹ ਜਿਹੜੇ ਗ੍ਰੰਥ ਆ ਇਹ ਤੇ ਮਾਨੋ ਊੜਾ ਐੜਾ, ਜਿਵੇਂ ਊੜਾ ਐੜਾ ਪੜ੍ਹੇ ਤੋਂ ਬਿਨਾ ਮੁਹਾਰ ਨਹੀਂ, ਪੜ੍ਹੇ ਤੋਂ ਬਿਨਾ ਪੰਜਾਬੀ ਨਹੀਂ ਪੜ੍ਹਨੀ ਆਉਂਦੀ। ਇਹ ਗ੍ਰੰਥ ਪੜ੍ਹਿਆਂ ਤੋਂ ਬਿਨਾ ਗੁਰੂ ਦੀ ਬਾਣੀ ਦੇ ਜਿਹੜੇ ਅਰਥ ਆ ਨਾ, ਗੁੱਝੇ ਭੇਦ ਉਹ ਨਹੀਂ ਸਮਝ ਪੈਂਦੇ। ਇਸ ਕਰਕੇ ਜਿਹੜੇ ਵਿਦਵਾਨ ਜਨ ਇਹਨਾਂ ਗ੍ਰੰਥਾਂ ਨੂੰ ਪੜ੍ਹਾਉਂਦੇ ਆ ਤੇ ਆਪਾਂ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਵਿਚਾਰ ਮਾਲਾ ਜਿਹੜਾ ਗ੍ਰੰਥ ਆ ਉਹ ਪ੍ਰਾਰੰਭ ਕੀਤਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ। ਤੇ ਕਵੀ ਪੰਡਤ ਮਹਾਰਾਜ ਜੋ ਇਸ ਗ੍ਰੰਥ ਦੇ ਕਰਤਾ ਮਹਾਤਮਾ ਅਨਾਥਪੁਰੀ ਜੀ, ਜਿਨ੍ਹਾਂ ਦੀ ਕਿਰਤ ਵਿਚਾਰ ਮਾਲਾ ਗ੍ਰੰਥ ਉਹਨਾਂ ਨੇ ਬੜੇ ਸੋਹਣੇ ਦੋਹਰੇ ਲਿਖੇ ਆ, ਬੜਾ ਸੋਹਣਾ ਦ੍ਰਿਸ਼ਟਾਂਤ ਦਿੰਦੇ ਸੰਤ ਨਾਥ ਜੀ। ਸੂਰ ਦਰਸ ਦਰਸ ਜਿਉ ਹੋਤ ਅਗਨ ਅਦੋਤ,
ਤੈਸੇ ਗੁਰ ਪ੍ਰਸਾਦ ਤੇ ਅਨੁਭਵ ਨਿਰਮਲ ਹੋਤ। ਕਹਿੰਦੇ ਵੀ ਜਿਵੇਂ ਸੂਰ ਦਰਸ ਆਦਰਸ਼, ਜਿਉਂ ਸੂਰਜ ਦੀ ਰੋਸ਼ਨੀ ਸ਼ੀਸ਼ੇ ਦੁਆਰਾ ਅਗਨੀ ਪੈਦਾ ਕਰ ਦਿੰਦੀ ਹੈ। ਸੂਰਜ ਦੀ ਜਿਹੜੀ ਰੋਸ਼ਨੀ ਨਾ ਉਹ ਸ਼ੀਸ਼ੇ ਦੁਆਰਾ ਉਹ ਦੋਤ ਅਗਨੀ ਪ੍ਰਗਟ ਕਰ ਦਿੰਦੀ। ਤੈਸੇ ਗੁਰੂ ਪ੍ਰਸਾਦ ਦੇ, ਇਸੇ ਤਰ੍ਹਾਂ ਗੁਰੂ ਦੀ ਕਿਰਪਾ ਪ੍ਰਸਾਦ ਦੁਆਰਾ ਅਨੁਭਵ ਨਿਰਮਲ ਹੋਤ। ਜਿਹੜੇ ਕੋਈ ਸੰਸ਼ੇ ਹੁੰਦੇ ਆ, ਮਲ ਹੁੰਦੀ ਆ ਪਾਪਾਂ ਦੀ, ਇਹਨਾਂ ਤੋਂ ਰਹਿਤ ਨਿਰਮਲ ਗਿਆਨ, ਨਿਰਮਲ ਜਿਹੜਾ ਗਿਆਨ ਹੈ ਨਾ, ਅਨੁਭਵ ਗਿਆਨ, ਉਹ ਹਿਰਦੇ ਵਿੱਚ ਪੈਦਾ ਹੋ ਜਾਂਦਾ। ਇਹ ਗ੍ਰੰਥ ਵਿੱਚ ਬਹੁਤ ਮਹਾਨ ਉਪਦੇਸ਼ ਜਿਹੜੇ ਹੈ ਸੰਤ ਨਾਥ ਜੀ ਨੇ ਲਿਖੇ ਆ। ਇਸ ਗ੍ਰੰਥ ਦਾ ਵਿਸ਼ਾ ਹੀ ਇਹੀ ਹੈ ਕਿ ਮੈਂ ਜਿਵੇਂ ਵਿਚਾਰ ਆਉਂਦੀ ਹੈ, ਵਿਚਾਰ ਮਾਲਾ ਗ੍ਰੰਥ ਸਾਰੇ ਸਾਰੇ ਜਿਹੜੇ ਸ਼ਾਸਤਰਾਂ ਦਾ ਸਾਰ ਸਿਧਾਂਤ ਆ, ਤੇ ਉਹ ਲਿਖਿਆ ਜਿਵੇਂ ਹੁੰਦਾ ਵੀ ਮੈਂ ਵਿਚਾਰ ਕਿਹਨੂੰ ਕਿਹਾ ਜਾਂਦਾ, ਮੈਂ ਕੌਣ ਹਾਂ, ਮੇਰਾ ਭਾਵ ਆਪਾ ਕੀ ਹੈ। ਇਹ ਜਿਹੜਾ ਨਾਮ ਰੂਪ, ਨਾਮ ਵਾਲਾ ਤੇ ਰੂਪ ਆਕਾਰ ਵਾਲਾ ਪਰਪੰਚ ਸੰਸਾਰ, ਉਹ ਕੀ ਹੈ, ਇਹਦਾ ਕਰਤਾ ਕੌਣ ਹੈ, ਇਹਦਾ ਉਪਾਦਾਨ ਕਾਰਨ ਕੌਣ ਹੈ, ਤੇ ਅਰਥਾਤ ਉਪਾਦਾਨ ਕਾਰਨ ਦਾ ਅਰਥਾਤ ਵੀ ਪੈਦਾ ਕਿੱਥੋਂ ਹੋਇਆ। ਗੁਰਬਾਣੀ ਚ ਆਉਂਦਾ ਨਾ, ਕਮਲ ਰੂਪ ਦਿਸ਼ਟਿਓ ਬਿਨ ਸਾਧਿਓ, ਕਤ ਹੈ ਗਾਇਓ ਉਹ ਕਤ ਤੇ ਆਇਓ। ਇਹ ਜਿਹੜੇ ਬਚਨ ਹੈ ਗੁਰੂ ਕੇ, ਜਿਸ ਵਿੱਚ ਇਹ ਵਿਚਾਰ, ਇਸ ਵਿਚਾਰ ਰੂਪ ਅਰਥ ਦਾ ਗੁਰੂ ਦਾ ਸਿੱਖ ਦਾ ਜਿਹੜਾ ਸੰਵਾਦ ਹੋਇਆ ਅਲੱਗ-ਅਲੱਗ ਪ੍ਰਕਰਨਾਂ ਵਿੱਚ, ਉਹ ਆਏਗਾ ਅੱਗੇ। ਗੁਰੂ ਦਾ ਬਚਨ ਫਿਰ ਸਿੱਖ ਦਾ ਬਚਨ ਉਹ ਹੋਏਗਾ। ਅਥਵਾ ਇਸ ਤਰ੍ਹਾਂ ਵੀ ਜਿਸ ਗ੍ਰੰਥ ਵਿੱਚ ਗੁਰੂ ਸਿੱਖ ਦਾ ਸੰਵਾਦ ਭਾਵ ਭਲੀ ਪ੍ਰਕਾਰ ਬਚਨ ਵਿਲਾਸ, ਇੱਕ ਹੁੰਦਾ ਵਿਵਾਦ, ਇੱਕ ਹੁੰਦਾ ਸੰਵਾਦ, ਅਲੱਗ-ਅਲੱਗ ਪ੍ਰਕਰਨਾਂ ਰੂਪੀ ਜਿਹੜੇ ਪ੍ਰਕਰਨ ਇਹ ਮਾਨੋ ਮਾਲਾ ਹੋਵੇ। ਜਿਸ ਅਦਭੁਤ ਗ੍ਰੰਥ ਦਾ ਸਰਵਣ ਕਰਨ ਨਾਲ, ਮੰਨਣ ਵਿਚਾਰ ਕਰਨ ਨਾਲ, ਨਿਧਿਆਸਨ ਕਮਾਈ ਕਰਨ ਨਾਲ ਨਿਰਯਤਨ ਹੀ ਜਗਿਆਸੂ ਨੂੰ, ਮੁਕਤੀ ਦੀ ਇੱਛਾ ਵਾਲੇ ਨੂੰ ਮੁਕਤੀ ਪ੍ਰਾਪਤ ਹੋਵੇ, ਉਹਦਾ ਨਾਮ ਵਿਚਾਰ ਮਾਲਾ ਗ੍ਰੰਥ ਆ। ਇਸ ਪ੍ਰਕਾਰ ਇਹ ਕੁਝ ਜਿਹੜੇ ਵਿਚਾਰ ਆ ਉਹ ਆਪਾਂ ਰੱਖੇ ਆ। ਇਹਦੀ ਇੱਕ ਇੰਟਰੋਡਕਸ਼ਨ ਹੀ ਹੈ ਗ੍ਰੰਥ ਦੀ। ਇਹ ਗ੍ਰੰਥ ਇਸ ਕਰਕੇ ਪੜ੍ਹਾਏ ਜਾਂਦੇ ਤਾਂ ਜੋ ਗੁਰਬਾਣੀ ਦੇ ਗੋਝ ਅਰਥਾਂ ਦਾ ਜਿਹੜਾ ਸਾਨੂੰ ਸਾਧ ਸੰਗਤ ਜੀ ਗਿਆਨ ਹੋ ਸਕੇ। ਤੇ ਇਸ ਵਿਚਾਰ ਵਾਲਾ ਗ੍ਰੰਥ ਦੀ ਜਿਹੜੀ ਹੈ ਬਹੁਤ ਜਿਹੜੀ ਵਿਲੱਖਣਤਾ ਹੈ। ਇਹਦੀ ਵਿਲੱਖਣਤਾ ਇਹ ਹੈ ਵੀ ਇਹ ਜਿਹੜਾ ਵਿਚਾਰ ਵਾਲਾ ਗ੍ਰੰਥ ਲਿਖਿਆ ਸੰਤ ਨਾਥ ਜੀ ਨੇ, ਇਹਦੇ ਵਿੱਚ ਆਤਮ ਕਥਾ ਜਿਹੜੀ ਬੜੀ ਰਸਮਈ, ਬੜੇ ਢੰਗ ਨਾਲ ਲਿਖੀ ਹੋਈ। ਤੇ ਇਹ ਗ੍ਰੰਥ ਦਾ ਜਿਹੜਾ ਮੂਲ ਵਿਸ਼ਾ, ਜਿਹੜਾ ਇਹਦਾ ਕਾਰਨ ਗ੍ਰੰਥ ਲਿਖਣ ਦਾ, ਉਹ ਜੀਵ ਈਸ਼ ਦੀ ਏਕਤਾ, ਜੀਵ ਬ੍ਰਹਮ ਦੀ ਏਕਤਾ। ਇਹ ਗ੍ਰੰਥ ਨੂੰ ਪੜ੍ਹ ਕੇ ਜੇ ਕੋਈ ਵਿਚਾਰ ਲਵੇ ਤੇ ਜਿਹੜਾ ਆਤਮਾ ਆਪਣਾ ਨਿੱਜ ਸਰੂਪ ਪਹਿਚਾਣ ਲੈਂਦਾ ਬੰਦਾ। ਕਿਉਂਕਿ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ। ਇਸ ਪ੍ਰਕਾਰ ਇਹ ਗ੍ਰੰਥ ਵਿੱਚ ਜਿਹੜੇ ਪ੍ਰਸ਼ਨ ਹੋਏ ਸਿੱਖ ਵੱਲੋਂ, ਉੱਤਰ ਹੋਏ ਗੁਰੂ ਵੱਲੋਂ, ਬੜੇ ਢੰਗ ਨਾਲ ਲਿਖੇ ਹੋਏ ਆ। ਭਾਵੇਂ ਕਿ ਸੰਤ ਨਾਥਪੁਰੀ ਜੀ ਨੇ ਆਪ ਹੀ ਇਹ ਗੁਰੂ ਜਿਹੜੇ ਵਿਦਵਾਨ ਦੇ ਪ੍ਰਕਰਨ ਬੰਨ੍ਹ ਲੈਂਦੇ ਆ। ਭਾਵ ਸ਼ਿਸ਼ ਦੇ ਸਵਾਲ ਵੀ ਬੜੇ ਢੰਗ ਨਾਲ ਕੀਤੇ, ਗੁਰੂ ਨੇ ਉੱਤਰ ਬੜੇ ਵਧੀਆ ਦੇ ਕੇ ਸਮਾਧਾਨ ਕੀਤਾ। ਤੇ ਗੁਰਬਾਣੀ ਜਿਹੜੀ ਹੈ
ਉਹਦੀ ਸਾਧ ਸੰਗਤ ਜੀ ਕਈ ਸ਼ਬਦਾਂ ਦੀ ਕਥਾ ਇਹਨਾਂ ਗ੍ਰੰਥਾਂ ਵਿੱਚੋਂ ਸੱਤ ਗਿਆਨ ਦੀ ਭੂਮਿਕਾ ਆਦਿਕ ਜਿਵੇਂ ਹੁੰਦੀਆਂ ਉਹ ਇੱਥੋਂ ਹੀ ਜਾ ਕੇ ਲੱਗਦੀਆਂ। ਇੱਥੋਂ ਪੜਾਂਗੇ ਤੇ ਉੱਥੇ ਫਿਰ ਆਪਾਂ ਝੱਟ ਜਿਹੜਾ ਹੈ ਲਾ ਸਕਾਂ ਗਿਆਨ ਦੀ ਭੂਮਿਕਾ। ਫਿਰ ਇਸੇ ਕਰਕੇ ਕਈਆਂ ਨੂੰ ਸੰਤਾਂ ਦੀ ਕਥਾ, ਜਿਹੜੇ ਕੋਈ ਵਿਦਵਾਨ ਮਹਾਂਪੁਰਸ਼ ਕਥਾ ਕਰਦੇ, ਫਿਰ ਸਾਨੂੰ ਸਮਝ ਨਹੀਂ ਪੈਂਦੀ ਕਿਉਂਕਿ ਗ੍ਰੰਥ ਹੀ ਪੜ੍ਹੇ ਨਹੀਂ। ਜਿਵੇਂ ਮਿਸ਼ਨਰੀ ਵੀਰ ਕਹਿੰਦੇ ਇਹਦੀ ਤੇ ਕਹਿੰਦੇ ਵਿਚਾਰ ਦੀ ਕੋਈ ਲੋੜ ਹੀ ਨਹੀਂ, ਇਹ ਕਿਹੜੇ ਗ੍ਰੰਥ ਹੈ, ਤੇ ਹਿੰਦੂ ਮਤ ਦੇ ਗ੍ਰੰਥ ਹੈ, ਆਤਮ ਵਿਚਾਰ ਦੇ ਗ੍ਰੰਥ ਹੈ, ਹਿੰਦੂ ਮਤ ਦੇ ਤੇ ਗ੍ਰੰਥ ਹੀ ਨਹੀਂ ਹੈਗੇ। ਸੋ ਰਹੋ ਵਿਚਾਰ ਆਪਾਂ ਦੋ ਸ਼ਬਦ ਵਿਚਾਰਨ ਵਾਲਾ ਗ੍ਰੰਥ ਨੂੰ ਪ੍ਰਾਰੰਭ ਕਰਨ ਤੋਂ ਪਹਿਲਾਂ ਜਿਹੜੇ ਹੈ ਉਹ ਆਪਾਂ ਸਰਵਣ ਕੀਤੇ ਵੀ ਇਹ ਗ੍ਰੰਥ ਨੂੰ ਕਿਉਂ ਪੜ੍ਹਨਾ ਪੈਂਦਾ ਤੇ ਕਾਰਨ ਕੀ ਹੈ, ਇਹਦੀ ਵਿਸ਼ੇਸ਼ਤਾ ਹੀ ਕੀ ਹੈ, ਸਾਨੂੰ ਕਿਉਂ ਪੜ੍ਹਨਾ ਚਾਹੀਦਾ, ਉਹ ਆਪਾਂ ਵਿਚਾਰ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।